ਹੈਲੋ ਜੈਮਸੀ ਦੀ ਗੁੱਡ ਮਾਰਨਿੰਗ। ਪਰਮੇਸ਼ਵਰ ਤੁਹਾਡੇ ਅੰਗ ਸੰਗ ਹੋਣ। ਮੈਂ ਯਕੀਨ ਕਰਦੀ ਹਾਂ ਤੁਸੀਂ ਬਿਲਕੁਲ ਰਾਜੀ ਖੁਸ਼ ਤੰਦਰੁਸਤ ਹੋਵੋਗੇ, ਆਪਣੇ ਘਰਾਂ ਦੇ ਵਿੱਚ ਪਰਮੇਸ਼ਵਰ ਦੇ ਅਨੁਗ੍ਰਹਿ ਦੇ ਹੇਠ ਹੋਵੋਗੇ। ਔਰ ਮੇਰਾ ਪੂਰਾ ਭਰੋਸਾ ਹੈ ਕਿ ਸੱਚਮੁੱਚ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਬਹੁਤ ਬਲੈਸ ਹੋ ਰਹੇ ਹੋਵੋਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ 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 ਬਰਕਤ ਦੇਣ। ਅੱਜ ਆਪਾਂ ਜਿਹੜਾ ਰੋਜ਼ ਵਚਨ ਸੁਣਦੇ ਆ ਜਾਂ ਜਿਸ ਚੀਜ਼ ਦੇ ਉੱਤੇ ਡਿਸਕਸ ਕਰਦੇ ਆ, ਅੱਜ ਆਪਾਂ ਇਸ ਚੀਜ਼ ਦੇ ਬਾਰੇ ਵਿੱਚ ਦੇਖਾਂਗੇ ਕਿ ਜੇ ਪਰਮੇਸ਼ਵਰ ਸਾਡੇ ਨਾਲ ਆ ਤਾਂ ਫਿਰ ਸਾਡਾ ਜੀਵਨ ਕਿਹੋ ਜਿਹਾ ਹੁੰਦਾ ਆ। ਔਰ ਜਦੋਂ ਅਸੀਂ ਇਸ ਚੀਜ਼ ਦੇ ਬਾਰੇ ਦੇਖਾਂਗੇ ਔਰ ਫਿਰ ਸਾਨੂੰ ਸਮਝ ਆਊਗਾ ਕਿ ਪਰਮੇਸ਼ਵਰ ਦਾ ਸਾਡੇ ਜੀਵਨ ਦੇ ਵਿੱਚ ਹੋਣਾ ਕਿੰਨਾ ਅਹਿਮ ਆ ਔਰ ਕਿੰਨਾ ਚੰਗਾ ਆ। ਹਾਲੇਲੂਇਆ। ਸਭ ਤੋਂ ਪਹਿਲਾਂ ਕਿ ਪਰਮੇਸ਼ਵਰ ਸਾਡੇ ਜੀਵਨ ਦੇ ਵਿੱਚ ਆਉਣ, ਵਚਨ ਦੇ ਵਿੱਚ ਲਿਖਿਆ ਮੈਂ ਪਵਿੱਤਰ ਹਾਂ, ਤੁਸੀਂ ਪਵਿੱਤਰ ਬਣੋ। ਸਾਨੂੰ ਪਵਿੱਤਰ ਬਣਨ ਦੀ ਜ਼ਰੂਰਤ ਆ। ਪਵਿੱਤਰ ਬਣਨ ਦੇ ਲਈ ਸਾਨੂੰ ਮਲ ਕੇ ਨਹਾਉਣ ਦੀ ਨਹੀਂ। ਜਿਹੜਾ ਅਸੀਂ ਨਹਾਉਂਦੇ ਹੋ ਅਸੀਂ ਆਪਣੇ ਜਿਸਮ ਦੀ ਸਫਾਈ ਕਰਦੇ ਹਾਂ, ਪਰ ਪਵਿੱਤਰ ਬਣਨ ਦੇ ਲਈ ਸਾਨੂੰ ਮਨ ਦੀ ਮੈਲ ਲਾਉਣ ਦੀ ਜ਼ਰੂਰਤ ਆ। ਜਿਹੜੀਆਂ ਗਲਤ ਚੀਜ਼ਾਂ ਸਾਡੇ ਮਨਾਂ ਦੇ ਉੱਤੇ ਵਸੀਆਂ ਹੋਈਆਂ ਆ, ਸਾਡੇ ਆਪਣੇ ਭੈਣਾਂ ਭਰਾਵਾਂ ਦੇ ਲਈ ਕ੍ਰੋਧ, ਲੋਭ, ਔਰ ਸਾਡੇ ਅੰਦਰ ਜਿਹੜੀ ਈਰਖਾ ਆ, ਜੈਲਸ, ਦਵੈਤ, ਉਹ ਸਾਰੀਆਂ ਖਰਾਬ ਚੀਜ਼ਾਂ, ਜਾਂ ਅਸੀਂ ਕਿਸੇ ਨੂੰ ਨੀਚਾ ਦਿਖਾਉਣਾ ਚਾਹੁੰਦੇ ਆ ਉਹ ਚੀਜ਼ਾਂ, ਕਿਸੇ ਨੂੰ ਧੋਖਾ ਦੇਣਾ, ਝੂਠ, ਚੋਰੀ, ਹੇਰਾਫੇਰੀ, ਲੁੱਟਾਂ ਖੋਹਾਂ, ਹਰਾਮਕਾਰੀਆਂ, ਅਣਆਗਿਆਕਾਰੀ, ਸਾਨੂੰ ਇਹਨਾਂ ਚੀਜ਼ਾਂ ਵਿੱਚੋਂ ਬਾਹਰ ਨਿਕਲਣ ਦੀ ਜ਼ਰੂਰਤ ਹੈ। ਔਰ ਜਦੋਂ ਅਸੀਂ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲਣ ਦੇ ਵਿੱਚ ਸਫਲ ਹੁੰਦੇ ਆ ਤਾਂ ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਆਮਦ ਹੁੰਦੀ ਆ, ਪਰਮੇਸ਼ਵਰ ਜੀ ਦੇ ਆਤਮਾ ਦੇ ਦੁਆਰਾ, ਪਾਕ ਰੂਹ ਦੇ ਦੁਆਰਾ। ਔਰ ਜਦੋਂ ਪਵਿੱਤਰ ਆਤਮਾ ਜੀ ਸਾਡੇ ਜੀਵਨ ਦੇ ਵਿੱਚ ਵਸਣਾ ਸ਼ੁਰੂ ਕਰਦੇ ਆ, ਰਹਿਣਾ ਸ਼ੁਰੂ ਕਰਦੇ ਆ, ਤਾਂ ਸਾਡੇ ਜੀਵਨ ਦਾ ਤੌਰ ਤਰੀਕਾ ਬਦਲ ਜਾਂਦਾ, ਸਾਡੇ ਸੋਚਣ ਦਾ ਤੌਰ ਤਰੀਕਾ ਬਦਲ ਜਾਂਦਾ, ਸਾਡਾ ਰਹਿਣ ਸਹਿਣ ਬਦਲ ਜਾਂਦਾ, ਸਾਡਾ ਉੱਠਣ ਬੈਠਣ ਬਦਲ ਜਾਂਦਾ, ਸਾਡਾ ਬੋਲਣਾ ਚੱਲਣਾ ਬਦਲ ਜਾਂਦਾ। ਕਿਉਂਕਿ ਫਿਰ ਅਸੀਂ ਸਧਾਰਨ ਇਨਸਾਨ ਨਹੀਂ ਰਹਿੰਦੇ। ਸਧਾਰਨ ਇਨਸਾਨ ਅਸੀਂ ਉਦੋਂ ਤੱਕ ਆ ਜਦੋਂ ਤੱਕ ਇੱਕ ਇਨਸਾਨੀ ਆਤਮਾ ਸਾਨੂੰ ਚਲਾਉਂਦਾ ਹੈ। ਜਦੋਂ ਸਾਡਾ ਆਪਣਾ ਮਨ, ਜਿਹੜਾ ਜਿਸਮਾਨੀ ਮਨ ਆ, ਜਿਹੜਾ ਇਨਸਾਨ ਦਾ ਮਨ ਆ, ਜਦੋਂ ਤੱਕ ਉਹ ਸਾਨੂੰ ਚਲਾਉਂਦਾ ਆ, ਅਸੀਂ ਜਿਸਮ ਦੀਆਂ ਖੁਆਇਸ਼ਾਂ ਦੇ ਪਿੱਛੇ ਪੈ ਕੇ ਚੱਲਦੇ ਹਾਂ ਔਰ ਅਸੀਂ ਆਪਣੇ ਮਨ ਦੇ ਅਨੁਸਾਰ ਚੱਲਦੇ ਹਾਂ। ਪਰ ਜਦੋਂ ਅਸੀਂ ਬੁਰਾਈਆਂ ਤੋਂ ਤੌਬਾ ਕਰਦੇ ਹਾਂ ਔਰ ਬੁਰਾਈਆਂ ਦੇ ਵਿੱਚ ਪੈਣ ਤੋਂ ਬਾਹਰ ਨਿਕਲਦੇ ਹਾਂ ਕਿ ਬੁਰਾਈਆਂ ਵਿੱਚ ਨਹੀਂ ਪੈਣਾ, ਪਰ ਉਹਦੀ ਬਜਾਏ ਅਸੀਂ ਪਰਮੇਸ਼ਵਰ ਜੀ ਦੀ ਧਾਰਮਿਕਤਾ ਦੇ ਵਿੱਚ ਐਂਟਰ ਹੋਣ ਦੇ ਲਈ ਐਫਰਟ ਲਾਉਂਦੇ ਹਾਂ, ਤਾਂ ਫਿਰ ਪਰਮੇਸ਼ਵਰ ਦਾ ਆਤਮਾ ਸਾਡੇ ਅੰਦਰ ਵਸਣਾ ਸ਼ੁਰੂ ਕਰਦਾ। ਜਦੋਂ ਸਾਨੂੰ ਪਰਮੇਸ਼ਵਰ ਜੀ ਦਾ ਆਤਮਾ ਚਲਾਉਣਾ ਸ਼ੁਰੂ ਕਰਦਾ, ਸੱਚੀ ਉਹਦੇ ਚਲਾਉਣ ਦੇ ਤਰੀਕੇ ਵੱਖਰੇ ਆ, ਉਹਦੀ ਸੋਚ ਵਿਚਾਰ ਵੱਖਰੇ, ਕਿਉਂਕਿ ਪਰਮੇਸ਼ਵਰ ਦੇ ਵਚਨ 'ਚ ਪਹਿਲਾਂ ਹੀ ਲਿਖਿਆ ਮੇਰੀਆਂ ਸੋਚਾਂ ਤੁਹਾਡੀਆਂ ਸੋਚਾਂ ਨਹੀਂ ਤੇ ਮੇਰੇ ਰਾਹ ਤੁਹਾਡੇ ਰਾਹ ਨਹੀਂ ਆ। ਪਰਮੇਸ਼ਵਰ ਦੀਆਂ ਸੋਚਾਂ ਸਾਡੀਆਂ ਸੋਚਾਂ ਨਾਲੋਂ ਭਿੰਨ ਆ, ਉਹਦੇ ਰਾਹ ਵੱਖਰੇ ਆ, ਉਹਦੇ ਤਰੀਕੇ ਵੱਖਰੇ ਆ। ਔਰ ਅਗਰ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ਵਰ ਜੀ ਸਾਡੇ ਅੰਗ ਸੰਗ ਹੋਣ, ਕਿਉਂਕਿ ਯਸਾਇਆ ਦੀ ਕਿਤਾਬ ਦੇ ਵਿੱਚ ਲਿਖਿਆ ਆ, ਨਾ ਡਰ ਨਾ ਖਬਰ, ਮੈਂ ਤੇਰਾ ਪਰਮੇਸ਼ਵਰ, ਮੈਂ ਤੇਰੇ ਅੰਗ ਸੰਗ ਜੋ ਹਾਂ, ਮੈਂ ਤੈਨੂੰ ਸੰਭਾਲਾਂਗਾ ਆਪਣੇ ਸੱਜੇ ਫਤਿਹਮੰਦ ਹੱਥ ਦੇ ਨਾਲ, ਮੈਂ ਤੇਰੇ ਵੈਰੀਆਂ ਦੇ ਸਨਮੁਖ ਤੇਰੇ ਲਈ ਮੇਜ਼ ਵਿਛਾਵਾਂਗਾ। ਤਾਂ ਪਰਮੇਸ਼ਵਰ ਜਦੋਂ ਸਾਡੇ ਅੰਗ ਸੰਗ ਹੋ ਜਾਂਦੇ ਆ, ਜਦੋਂ ਪਰਮੇਸ਼ਵਰ ਸਾਡੇ ਨਾਲ ਆ, ਫਿਰ ਸਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਪੈਂਦੀ। ਕਿਉਂਕਿ ਦੇਖੋ, ਘਬਰਾਉਣ ਦੀ ਜ਼ਰੂਰਤ ਉਦੋਂ ਤੱਕ ਆ, ਡਰਨ ਦੀ ਜ਼ਰੂਰਤ ਉਦੋਂ ਤੱਕ ਆ ਜਦੋਂ ਤੱਕ ਪਰਮੇਸ਼ਵਰ ਸਾਡੇ ਨਾਲ ਨਹੀਂ ਆ। ਕਿਉਂਕਿ ਉਦੋਂ ਤੱਕ ਅਸੀਂ ਕਮਜ਼ੋਰ ਆ, ਨਿਰਬਲ ਆ, ਉਦੋਂ ਤੱਕ ਸਾਡੇ ਕੋਲੇ ਸਧਾਰਨ ਸਾਮਰਥ ਆ। ਪਰ ਜਦੋਂ ਪਰਮੇਸ਼ਵਰ ਜੀ ਸਾਡੇ ਜੀਵਨ ਦੇ ਵਿੱਚ ਆ ਜਾਂਦੇ ਆ, ਉਦੋਂ ਸਾਡੇ ਜੀਵਨ ਦਾ ਸਾਮਰਥ ਜਿਹੜਾ ਆ ਉਹ ਅਲੌਕਿਕ ਹੋ ਜਾਂਦਾ, ਸੁਪਰ ਨੈਚੁਰਲ ਹੋ ਜਾਂਦਾ। ਫਿਰ ਸਾਡਾ ਜੋਰ ਸਾਡੇ ਵਿੱਚ ਨਹੀਂ ਹੁੰਦਾ, ਪਰ ਪਰਮੇਸ਼ਵਰ ਦਾ ਜੋਰ ਸਾਡੇ ਵਿੱਚ ਹੁੰਦਾ। ਸਾਡੀ ਬੁੱਧ ਸਾਡੇ ਵਿੱਚ ਨਹੀਂ ਹੁੰਦੀ, ਪਰ ਪਰਮੇਸ਼ਵਰ ਦੀ ਬੁੱਧ ਸਾਡੇ ਵਿੱਚ ਵਾਸ ਕਰਦੀ ਹੈ। ਤਾਂ ਉਹ ਸਾਰਾ ਕੁਝ ਸਧਾਰਨ ਨਹੀਂ ਰਹਿੰਦਾ, ਆਰਡੀਨਰੀ ਨਹੀਂ ਹੁੰਦਾ, ਪਰ ਐਕਸਟਰਾ ਆਰਡੀਨਰੀ ਹੋ ਜਾਂਦਾ, ਅਸਧਾਰਨ ਹੋ ਜਾਂਦਾ। ਤਾਂ ਤੁਸੀਂ ਦੇਖੋ, ਜਦੋਂ ਪਰਮੇਸ਼ਵਰ ਸਾਡੇ ਜੀਵਨ ਦੇ ਵਿੱਚ ਹੋਣ ਤਾਂ ਵਚਨ ਦੇ ਵਿੱਚ ਲਿਖਿਆ ਨਾ ਡਰ ਨਾ ਖਬਰ, ਫਿਰ ਸਾਨੂੰ ਡਰਨ ਤੇ ਘਬਰਨ ਦੀ ਜ਼ਰੂਰਤ ਨਹੀਂ ਹੈ। ਕਹਿੰਦਾ ਮੈਂ ਤੇਰਾ ਪਰਮੇਸ਼ਵਰ ਜੋ ਤੇਰੇ ਅੰਗ ਸੰਗ ਹੈ। ਵੈਰੀਆਂ ਦੇ ਸਨਮੁਖ ਵੀ ਕਹਿੰਦਾ ਮੈਂ ਮੇਜ਼ ਵਿਛਾਵਾਂਗਾ, ਤੇਰੇ ਵੈਰੀ ਤੇਰੇ ਸਾਹਮਣੇ ਨਾ ਹੋਇਆ ਜਾਏ ਹੋ ਕੇ ਨਾਸ਼ ਹੋ ਜਾਣਗੇ।
ਉਹ ਵੈਰੀ ਜਿਨ੍ਹਾਂ ਤੋਂ ਤੁਸੀਂ ਡਰਦੇ ਆ, ਚਾਹੇ ਉਹ ਜਿਸਮਾਨੀ ਆ ਜਾਂ ਉਹ ਆਤਮਿਕ ਦੁਨੀਆ ਦੇ ਵਿੱਚ ਆ, ਹਰ ਤਰ੍ਹਾਂ ਦੇ ਵੈਰੀ ਸਾਡੇ ਸਾਹਮਣੇ ਨਾ ਹੋਇਆ ਜਾਏ ਉਹ ਕਿ ਨਾਸ਼ ਹੋ ਜਾਣਗੇ। ਚਾਹੇ ਉਹ ਨਸ਼ੇ ਦਾ ਵੈਰੀ ਹੋਏ, ਨਸ਼ਾ ਵੀ ਸਾਡਾ ਵੈਰੀ ਆ, ਵਿਭਚਾਰ ਸਾਡਾ ਵੈਰੀ ਆ, ਗੁੱਸਾ ਸਾਡਾ ਵੈਰੀ ਆ, ਲੋਭ ਸਾਡਾ ਵੈਰੀ ਆ, ਬੁਰਾ ਸੁਭਾਅ ਸਾਡਾ ਵੈਰੀ ਆ। ਇਹ ਸਾਰੀਆਂ ਚੀਜ਼ਾਂ ਸਾਡੀ ਤਰੱਕੀ ਨੂੰ ਰੋਕਦੀਆਂ, ਇਹ ਸਾਰੀਆਂ ਚੀਜ਼ਾਂ ਸਾਡੀ ਆਤਮਿਕ ਤਰੱਕੀ ਨੂੰ ਰੋਕਦੀਆਂ ਆ, ਇਹ ਸਾਰੀਆਂ ਚੀਜ਼ਾਂ ਸਾਨੂੰ ਸਾਡੇ ਆਪਣਿਆਂ ਤੋਂ ਦੂਰ ਕਰ ਦਿੰਦੀਆਂ ਆ। ਫਿਰ ਚਾਹੇ ਕੋਈ ਜਿਸਮਾਨੀ ਵੈਰੀ ਕੋਈ ਇਨਸਾਨ ਹੀ ਕਿਉਂ ਨਾ ਹੋਏ, ਜਿਹੜਾ ਬਾਰ-ਬਾਰ ਸਾਡੇ ਨਾਲ ਟੱਕਰ ਲੈਂਦਾ ਹੋਏ, ਬਾਰ-ਬਾਰ ਸਾਡੇ ਰਾਹ ਦੇ ਵਿੱਚ ਰੁਕਾਵਟ ਬਣਦਾ ਹੋਏ, ਸਗੋਂ ਉਹ ਤਾਂ ਨਹੀਂ ਬਣਦਾ ਪਰ ਉਹ ਆਤਮਿਕ ਕਮਜ਼ੋਰ ਹੋਣ ਦਾ ਕਰਕੇ ਵੈਰੀ ਉਹਨੂੰ ਆਪਣਾ ਸ਼ਿਕਾਰ ਬਣਾ ਲੈਂਦਾ ਔਰ ਵੈਰੀ ਉਹਨੂੰ ਇਸਤੇਮਾਲ ਕਰਦਾ ਕਿ ਉਹ ਸਾਡੀ ਖਿਲਾਫਤ ਦੇ ਵਿੱਚ ਉਹਨੂੰ ਖੜਾ ਕਰ ਸਕੇ। ਤਾਂ ਪਰਮੇਸ਼ਵਰ ਸਾਡੇ ਹਰ ਪ੍ਰਕਾਰ ਦੇ ਵੈਰੀਆਂ ਨੂੰ ਸਾਥੋਂ ਦੂਰ ਕਰਦੇ ਆ ਔਰ ਉਹਨਾਂ ਦੇ ਸਾਹਮਣੇ ਪਰਮੇਸ਼ਵਰ ਸਾਡੇ ਲਈ ਮੇਜ਼ ਵਿਛਾਉਂਦਾ ਆ। ਪਰਮੇਸ਼ਵਰ ਜੀ ਸਾਨੂੰ ਬਲੈਸ ਕਰਦੇ ਆ ਉਹਨਾਂ ਵੈਰੀਆਂ ਦੇ ਸਾਹਮਣੇ ਔਰ ਉਹ ਵੈਰੀ ਸ਼ਰਮਿੰਦੇ ਹੁੰਦੇ ਕਿ ਭਾਵੇਂ ਅਸੀਂ ਇਹਦਾ ਇੰਨਾ ਨੁਕਸਾਨ ਕਰ ਰਹੇ ਤਾਂ ਫਿਰ ਵੀ ਰੱਜ ਕੇ ਖਾ ਰਿਹਾ, ਇਹਦੇ ਕੋਲ ਤਾਂ ਸਾਰਾ ਕੁਝ ਪੂਰਾ ਆ। ਤਾਂ ਇਹ ਫਾਇਦਾ ਆ ਜਦੋਂ ਪਰਮੇਸ਼ਵਰ ਸਾਡੇ ਜੀਵਨ ਦੇ ਵਿੱਚ ਹੋਣ, ਜਦੋਂ ਪਰਮੇਸ਼ਵਰ ਜੀ ਦੀ ਪ੍ਰੈਜ਼ੈਂਸ ਸਾਡੇ ਜੀਵਨ ਦੇ ਵਿੱਚ ਹੋਏ। ਇਹ ਲਾਭ ਆ ਕਿ ਪਰਮੇਸ਼ਵਰ ਸਾਡੇ ਜੀਵਨ ਦੇ ਵਿੱਚ ਆ ਤੇ ਅਸੀਂ ਜੈਵੰਤ ਆ। ਪਰਮੇਸ਼ਵਰ ਸਾਡੇ ਜੀਵਨ ਵਿੱਚ ਆ, ਅਸੀਂ ਫਲਦਾਰ ਆ। ਪਰਮੇਸ਼ਵਰ ਸਾਡੇ ਜੀਵਨ ਵਿੱਚ ਆ ਤਾਂ ਸਾਨੂੰ ਕਿਸੇ ਚੀਜ਼ ਦੀ ਥੋੜ ਨਹੀਂ। ਯਹੋਵਾ ਮੇਰੇ ਵੱਲ ਆ ਤਾਂ ਮੇਰਾ ਕੋਈ ਵਿਰੋਧੀ ਨਹੀਂ ਹੋ ਸਕਦਾ, ਮੇਰੇ ਵਿਰੁੱਧ ਕੋਈ ਕਾਮਯਾਬ ਵੀ ਨਹੀਂ ਹੋ ਸਕਦਾ, ਕਿਉਂਕਿ ਜਦ ਪਰਮੇਸ਼ਵਰ ਹੀ ਮੇਰੇ ਵੱਲ ਆ ਤਾਂ ਫਿਰ ਪਰਮੇਸ਼ਵਰ ਤੋਂ ਵੱਡਾ ਸਾਮਰਥੀ ਕੌਣ ਆ। ਤੇ ਜਦੋਂ ਉਹ ਸੋਰਸ ਆਫ ਐਨਰਜੀ, ਉਹ ਸੋਰਸ ਆਫ ਸਟਰੈਂਥ ਉਹੀ ਮੇਰੇ ਨਾਲ ਆ, ਉਹੀ ਮੇਰਾ ਬਲ ਤੇ ਉਹੀ ਮੇਰੀ ਢਾਲ ਆ, ਤਾਂ ਫਿਰ ਮੈਨੂੰ ਡਰ ਕਾਹਦਾ, ਫਿਰ ਮੈਨੂੰ ਮੇਰੇ ਵੈਰੀਆਂ ਤੋਂ ਡਰ ਕਾਹਦਾ। ਇਸ ਲਈ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਜਿਨ੍ਹਾਂ ਵੀ ਲੋਕਾਂ ਦੇ ਅੰਗ ਸੰਗ ਰਹਿੰਦੇ, ਆਪਾਂ ਪਵਿੱਤਰ ਬਾਈਬਲ ਦੇ ਵਿੱਚੋਂ ਵੀ ਦੇਖ ਲਈਏ ਤੇ ਆਪਾਂ ਅਬਰਾਹਮ ਤੋਂ ਸ਼ੁਰੂ ਕਰ ਲੈਂਦੇ ਆ। ਪਰਮੇਸ਼ਵਰ ਅਬਰਾਹਮ ਦੇ ਅੰਗ ਸੰਗ ਰਹੇ। ਅਬਰਾਹਮ ਇੱਕ ਧਰਮੀ ਵਿਅਕਤੀ ਹੋਇਆ। ਅਬਰਾਹਮ ਨੇ ਆਗਿਆਕਾਰੀ ਕੀਤੀ ਪਰਮੇਸ਼ਵਰ ਦੇ ਵਚਨਾਂ ਦੀ, ਜੋ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਵਿਵਸਥਾ ਠਹਿਰਾਈ ਗਈ ਸੀ। ਅਬਰਾਹਮ ਉਸ ਵਿਵਸਥਾ ਦੇ ਅਨੁਸਾਰ ਚੱਲਦਾ ਰਿਹਾ। ਤਾਂ ਅਸੀਂ ਦੇਖਦੇ ਹਾਂ ਕਿ ਹਰ ਜਗ੍ਹਾ ਤੇ ਉਹ ਕਾਮਯਾਬ ਹੋਇਆ। ਸਾਨੂੰ ਸਮਝ ਆਉਂਦੀ ਹੈ ਕਿ ਜਿਨ੍ਹਾਂ ਲੋਕਾਂ ਦੇ ਨਾਲ ਪਰਮੇਸ਼ਵਰ ਜੀ ਆਪਣੇ ਆਤਮਾ ਦੇ ਜ਼ਰੀਏ ਵਸਦੇ ਆ, ਆਪਣੀ ਹਜ਼ੂਰੀ ਦੇ ਜ਼ਰੀਏ ਵਸਦੇ ਆ, ਤਾਂ ਉਹ ਲੋਕ ਆਪਣੇ ਜੀਵਨ ਦੇ ਵਿੱਚ ਕਾਮਯਾਬ ਹੁੰਦੇ ਆ। ਕੋਈ ਉਹਨਾਂ ਨੂੰ ਹਰਾ ਨਹੀਂ ਸਕਦਾ। ਅਬਰਾਹਮ ਆਪਣੇ ਘਰਾਣੇ ਤੋਂ ਬਾਹਰ ਨਿਕਲਿਆ, ਆਪਣੇ ਪਿਤਾ ਦੇ ਘਰ ਤੋਂ ਬਾਹਰ ਨਿਕਲਿਆ ਤਾਂ ਉਜਾੜਾ ਥਾਵਾਂ ਦੇ ਵਿੱਚ ਜਿੱਥੇ ਕੁਝ ਵੀ ਨਜ਼ਰ ਨਹੀਂ ਆਉਂਦਾ ਸੀਗਾ, ਉੱਥੇ ਪਰਮੇਸ਼ਵਰ ਨੇ ਕਿਹਾ ਤੂੰ ਆਪਣੇ ਤੰਬੂ ਇੱਥੇ ਗੱਡ ਦੇ। ਅਬਰਾਹਮ ਨੇ ਉੱਥੇ ਆਪਣੇ ਤੰਬੂ ਗੱਡੇ, ਖੂਹ ਪੁੱਟੇ ਔਰ ਪਰਮੇਸ਼ਵਰ ਨੇ ਉਹਨੂੰ ਆਬਾਦ ਕੀਤਾ। ਪਰਮੇਸ਼ਵਰ ਨੇ ਅਬਰਾਹਮ ਨੂੰ ਕਿੰਨਾ ਵਧਾਇਆ, ਬਹੁਤ ਜ਼ਿਆਦਾ ਵਧਾਇਆ। ਔਰ ਇੱਥੋਂ ਤੱਕ ਕਿ ਪਰਮੇਸ਼ਵਰ ਨੇ ਅਬਰਾਹਮ ਨੂੰ ਦੂਜੀਆਂ ਕੌਮਾਂ ਦੇ ਲਈ ਬਰਕਤ ਦਾ ਬਾਇਸ ਕੀਤਾ, ਬਰਕਤ ਦਾ ਵਸੀਲਾ ਬਣਾਇਆ ਔਰ ਅਬਰਾਹਮ ਨੂੰ ਕੌਮਾਂ ਦਾ ਪਿਤਾ ਹੋਣ ਦਾ ਟਾਈਟਲ ਵੀ ਮਿਲਿਆ। ਸੋ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਦੇ ਨਾਲ ਹੋਣ ਦੀ ਬਰਕਤ ਸੱਚਮੁੱਚ ਅਬਰਾਹਮ ਦੇ ਜੀਵਨ ਵਿੱਚ ਨਜ਼ਰ ਆਉਂਦੀ ਹੈ। ਇਸੇ ਤਰ੍ਹਾਂ ਜੇ ਆਪਾਂ ਯੂਸਫ ਦੀ ਲਾਈਫ ਦੇ ਵਿੱਚ ਦੇਖੀਏ ਤਾਂ ਆਪਾਂ ਦੇਖਦੇ ਹਾਂ ਕਿ ਪਰਮੇਸ਼ਵਰ ਨੇ ਯੂਸਫ ਨੂੰ ਉਹਦੇ ਭਰਾਵਾਂ ਦੇ ਨਾਲੋਂ ਕਿੰਨਾ ਜ਼ਿਆਦਾ ਬਲੈਸ ਕੀਤਾ ਔਰ ਯੂਸਫ ਨੇ ਆਪਣਾ ਭਰੋਸਾ ਪਰਮੇਸ਼ਵਰ ਜੀ ਦੇ ਉੱਤੇ ਰੱਖਿਆ। ਔਰ ਵਚਨ ਦੇ ਵਿੱਚ ਲਿਖਿਆ, ਜਦੋਂ ਯੂਸਫ ਦੇ ਸਵਾਮੀ ਨੇ ਯੂਸਫ ਦੇ ਵੱਲ ਨੂੰ ਦੇਖਿਆ ਤੇ ਉਹਨੇ ਦੇਖਿਆ ਕਿ ਇਹ ਤਾਂ ਹਰ ਕੰਮ ਦੇ ਵਿੱਚ ਸਫਲ ਹੁੰਦਾ ਹੈ, ਕਿਉਂਕਿ ਇਹਦੇ ਜੀਵਨ ਦੇ ਵਿੱਚ ਇਹਦਾ ਪਰਮੇਸ਼ਵਰ ਯਹੋਵਾ ਪਰਮੇਸ਼ਵਰ ਇਹਦੇ ਨਾਲ ਹੈ। ਵਚਨ 'ਚ ਏਦਾਂ ਲਿਖਿਆ ਹੈ। ਤਾਂ ਦੂਸਰੇ ਦੇਖਣ ਵਾਲੇ ਨੂੰ, ਜਿਹੜਾ ਸਾਨੂੰ ਦੇਖਦਾ ਆ, ਉਹਨੂੰ ਨਜ਼ਰ ਆਏ ਕਿ ਸਾਡਾ ਪਰਮੇਸ਼ਵਰ, ਸਾਡਾ ਸਾਮਰਥੀ ਪਰਮੇਸ਼ਵਰ ਸਾਡੇ ਨਾਲ ਆ ਔਰ ਅਸੀਂ ਜਿਸ ਵੀ ਕੰਮ ਨੂੰ ਕਰਦੇ ਉਹਦੇ 'ਚ ਸਫਲ ਹੁੰਦੇ ਆ, ਤਾਂ ਦੇਖਣ ਵਾਲੇ ਦੇ ਉੱਤੇ ਭੈ ਆਉਂਦਾ ਆ। ਇਸ ਬਰਕਤ ਨੂੰ ਅਸੀਂ ਯੂਸਫ ਦੀ ਲਾਈਫ ਦੇ ਵਿੱਚ ਦੇਖਦੇ ਹਾਂ। ਬੇਸ਼ੱਕ ਯੂਸਫ ਦੇ ਭਰਾਵਾਂ ਨੇ ਉਹਦੇ ਨਾਲ ਧੋਖਾ ਕੀਤਾ, ਉਹਨੂੰ ਉਜਾੜਾਂ ਦੇ ਵਿੱਚ ਲਿਜਾ ਕੇ ਖੂਹ ਦੇ ਵਿੱਚ ਸੁੱਟਿਆ, ਉਹਨਾਂ ਨਾਲ ਲੜਾਈ ਕੀਤੀ, ਉਹਨੂੰ ਕੁੱਟਿਆ ਔਰ ਫਿਰ ਯੂਸਫ ਨੂੰ ਵੇਚਿਆ ਗਿਆ। ਫਿਰ ਯੂਸਫ ਮਿਸਰ ਦੇ ਵਿੱਚ ਇੱਕ ਤਰ੍ਹਾਂ ਦੀ ਗੁਲਾਮੀ ਦੇ ਵਿੱਚ, ਤਾਂ
ਯੂਸਫ ਉੱਥੇ ਗੁਲਾਮ ਰਿਹਾ। ਸੋ ਅਸੀਂ ਦੇਖਦੇ ਹਾਂ ਕਿ ਉਹਨੇ ਬਹੁਤ ਸਾਰੀਆਂ ਪ੍ਰੋਬਲਮਸ ਆਪਣੇ ਲਾਈਫ ਦੇ ਵਿੱਚ ਫੇਸ ਕੀਤੀਆਂ, ਪਰ ਪਰਮੇਸ਼ਵਰ ਉਹਦੇ ਅੰਗ ਸੰਗ ਸੀ। ਤਾਂ ਭਰਾਵਾਂ ਦੀ ਕੁੱਟ ਤੋਂ ਵੀ ਉਹ ਜੀਂਦਾ ਰਿਹਾ, ਖੂਹ ਦੇ ਵਿੱਚ ਵੀ ਉਹ ਜਿੰਦਾ ਰਿਹਾ, ਔਰ ਜਿੱਥੇ ਗੁਲਾਮੀ ਦੇ ਵਿੱਚ ਸੀ ਉੱਥੇ ਵੀ ਪਰਮੇਸ਼ਵਰ ਨੇ ਉਹਨੂੰ ਆਜ਼ਾਦ ਕਰਕੇ ਉੱਚੀਆਂ ਕੀਤਾ। ਜਿਹੜੀਆਂ ਤੋਹਮਤਾਂ ਉਹਦੇ ਉੱਤੇ ਲਾਈਆਂ ਗਈਆਂ, ਪਰਮੇਸ਼ਵਰ ਨੇ ਉਹਨਾਂ ਤੋਹਮਤਾਂ ਨੂੰ ਉਹਦੇ ਤੋਂ ਸਾਫ਼ ਕੀਤਾ, ਔਰ ਸੱਚਮੁੱਚ ਪਰਮੇਸ਼ਵਰ ਨੇ ਉਹਨੂੰ ਇੱਕ ਇੱਜ਼ਤ ਵਾਲਾ ਦਰਜਾ ਦਿੱਤਾ। ਹਾਲੇਲੂਇਆ। ਸੋ ਨਜ਼ਰ ਆਉਂਦਾ ਕਿ ਜਿੱਥੇ ਪਰਮੇਸ਼ਵਰ ਮਨੁੱਖ ਦੇ ਨਾਲ ਆ, ਕੋਈ ਵੈਰੀ ਦੀ ਚਾਲ ਜਿਹੜੀ ਆ ਉਹ ਕਾਮਯਾਬ ਨਹੀਂ ਹੋ ਸਕਦੀ। ਔਰ ਇਹ ਬਰਕਤ ਸਿਰਫ ਪਰਮੇਸ਼ਵਰ ਸਾਡੇ ਜੀਵਨ ਦੇ ਵਿੱਚ ਹੋਣ ਤਦ ਜਾ ਕੇ ਸਾਨੂੰ ਮਿਲਦੀ ਆ। ਪਰ ਜੇ ਅਸੀਂ ਦੁਨੀਆ ਵਾਲੀਆਂ ਨਜ਼ਰਾਂ ਦੇ ਨਾਲ ਦੇਖੀਏ ਤਾਂ ਦੁਨੀਆ ਸ਼ਾਇਦ ਇਦਾਂ ਯੂਸਫ ਦੇ ਬਾਰੇ ਵਿੱਚ ਕਹੂਗੀ, ਉਹ ਭਟਕਦਾ ਫਿਰਿਆ, ਉਹਦੇ ਤੇ ਭਰਾਵਾਂ ਨੇ ਵੀ ਉਹਨੂੰ ਖੂਹ 'ਚ ਸਿੱਟ ਦਿੱਤਾ, ਉਹ ਤਾਂ ਵੇਚਿਆ ਗਿਆ ਵਿਚਾਰਾ ਯੂਸਫ, ਵਿਚਾਰਾ ਉੱਥੇ ਗਿਆ ਤਾਂ ਉੱਥੇ ਜਾ ਕੇ ਉਹਦੇ ਤੇ ਤੋਹਮਤਾਂ ਲੱਗ ਗਈਆਂ, ਵਿਚਾਰੇ ਨੂੰ ਜੇਲ੍ਹ 'ਚ ਜਾਣਾ ਪਿਆ। ਉਹ ਸਾਰੀਆਂ ਚੀਜ਼ਾਂ ਕਿਹੜੀਆਂ ਦੇਖਣਗੇ? ਵੀਕ ਪੁਆਇੰਟਸ ਦੇਖਣਗੇ। ਪਰ ਉਹ ਕਦੀ ਵੀ ਉਹਨਾਂ ਚੀਜ਼ਾਂ ਦਾ ਜ਼ਿਕਰ ਜਿਸ ਵਿਚਾਰਗਿਰੀ ਚੋਂ, ਜਿਸ ਵਿਚਾਰੇਪਨ ਚੋਂ, ਜਿਸ ਸਮੱਸਿਆ ਦੇ ਟੋਏ ਚੋਂ, ਸਮੱਸਿਆ ਦੇ ਖੂਹ ਚੋਂ ਪਰਮੇਸ਼ਵਰ ਨੇ ਕੱਢਿਆ। ਦੁਨੀਆ ਖੂਹ ਵਿੱਚ ਡਿੱਗਦੇ ਨੂੰ ਦੇਖਦੀ ਆ, ਖੂਹ ਵਿੱਚੋਂ ਨਿਕਲਦੇ ਨੂੰ ਦੇਖ ਕੇ ਉਹ ਅੱਖਾਂ ਬੰਦ ਕਰਦੀ ਆ। ਦੁਨੀਆ ਤੋਹਮਤਾਂ ਲੱਗਦੀਆਂ ਸੁਣਦੀ ਆ, ਤੋਹਮਤਾਂ ਨੂੰ ਹਟਦਿਆਂ ਸੁਣਨ ਤੋਂ ਉਹ ਆਪਣੇ ਕੰਨਾਂ ਨੂੰ ਬੰਦ ਕਰਦੀ ਆ। ਦੁਨੀਆ ਤੁਹਾਨੂੰ ਕੈਦ ਵਿੱਚ ਜਾਂਦਿਆਂ ਦੇਖ ਕੇ ਹੱਸਦੀ ਆ, ਪਰ ਜਦੋਂ ਤੁਸੀਂ ਉਹਨਾਂ ਬੰਧਨਾਂ ਚੋਂ, ਉਹਨਾਂ ਕੈਦਾਂ ਚੋਂ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀਆਂ ਹੋਣ, ਜਦੋਂ ਤੁਸੀਂ ਬਾਹਰ ਆਉਂਦੇ ਆ ਉਹਨਾਂ ਨੂੰ ਦੇਖ ਕੇ ਉਹ ਨਜ਼ਰ ਅੰਦਾਜ਼ ਕਰਦੀ ਆ। ਤਾਂ ਦੁਨੀਆ ਦੇ ਦੇਖਣ ਦਾ ਨਜ਼ਰੀਆ ਵੱਖਰਾ ਆ, ਔਰ ਆਤਮਿਕ ਲੋਕਾਂ ਦੇ ਦੇਖਣ ਦਾ ਨਜ਼ਰੀਆ ਕੰਪਲੀਟਲੀ ਵੱਖਰਾ ਆ। ਜਦੋਂ ਇੱਕ ਆਤਮਿਕ ਬੰਦਾ ਦੇਖਦਾ ਤੇ ਉਹ ਦੇਖਦਾ ਆ ਕਿ ਇੰਨੀ ਵੱਡੀ ਸਮੱਸਿਆ ਸਾਡੇ ਉੱਤੇ ਆਈ ਸੀ ਜਾਂ ਫਲਾਣੇ ਦੇ ਉੱਤੇ ਆਈ ਸੀ, ਪਰ ਪਰਮੇਸ਼ਵਰ ਨੇ ਉਸ ਸਮੱਸਿਆ ਵਿੱਚ ਵੀ ਉਹਨੂੰ ਹਿੰਮਤ ਤੇ ਬਲ ਦੇ ਕੇ ਬਾਹਰ ਕੱਢਿਆ। ਦੁਨੀਆ ਕੀ ਦੇਖਦੀ? ਇੰਨੀ ਵੱਡੀ ਵਿਪਤਾ ਇਹਦੇ ਉੱਤੇ ਆਈ, ਉਦਾਂ ਇਹ ਚਰਚ ਨੂੰ ਜਾਂਦਾ ਹੈ, ਪਰ ਉਹ ਇਹ ਨਹੀਂ ਦੇਖਦੀ ਕਿ ਇੰਨੀ ਵੱਡੀ ਵਿਪਤਾ ਝੱਲਣ ਦਾ ਬਲ ਕਿਹਨੇ ਦਿੱਤਾ, ਇੰਨੀ ਵੱਡੀ ਵਿਪਤਾ ਵਿੱਚੋਂ ਬਾਹਰ ਨਿਕਲਣ ਦਾ ਇਹਦਾ ਜ਼ਰੀਆ ਕੀ ਸੀਗਾ। ਤਾਂ ਆਤਮਿਕ ਸੋਚ, ਆਤਮਿਕ ਨਜ਼ਰ ਕੰਪਲੀਟਲੀ ਡਿਫਰੈਂਟ ਹੈ। ਜਿੱਦਾਂ ਵਚਨ ਦੇ ਵਿੱਚ ਲਿਖਿਆ ਕਿ ਤੁਹਾਡੇ ਰਾਹ ਵੱਖਰੇ ਆ ਤੇ ਮੇਰੇ ਰਾਹ ਵੱਖਰੇ, ਤੁਹਾਡੀਆਂ ਸੋਚਾਂ ਵੱਖਰੀਆਂ ਤੇ ਮੇਰੀਆਂ ਸੋਚਾਂ ਵੱਖਰੀਆਂ ਹੈ। ਔਰ ਇਸੇ ਤਰ੍ਹਾਂ ਆਪਾਂ ਰਾਜੇ ਦਾਊਦ ਦੇ ਜੀਵਨ ਦੇ ਵਿੱਚ ਦੇਖ ਲਈਏ ਪਰਮੇਸ਼ਵਰ ਦੀ ਹਜ਼ੂਰੀ ਨੂੰ, ਤਾਂ ਵਚਨ ਦੇ ਵਿੱਚ ਲਿਖਿਆ ਆ ਕਿ ਦਾਊਦ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਚੱਲਦਾ ਸੀਗਾ, ਪਰਮੇਸ਼ਵਰ ਦੇ ਭੈ ਵਿੱਚ ਚੱਲਦਾ ਸੀ, ਔਰ ਪਰਮੇਸ਼ਵਰ ਉਹਦੇ ਅੰਗ ਸੰਗ ਰਹਿੰਦਾ ਸੀ। ਔਰ ਵਚਨ ਦੇ ਵਿੱਚ ਲਿਖਿਆ ਕਿ ਜਦੋਂ ਸ਼ਾਊਲ ਨੇ ਦੇਖਿਆ ਕਿ ਇਹ ਆਪਣੇ ਸਾਰੇ ਕੰਮਾਂ ਦੇ ਵਿੱਚ ਸਫਲ ਹੁੰਦਾ ਆ ਦਾਊਦ, ਔਰ ਦਾਊਦ ਦੇ ਉੱਤੇ ਪਰਮੇਸ਼ਵਰ ਦਾ ਅਨੁਗ੍ਰਹਿ ਆ, ਤਾਂ ਵਚਨ 'ਚ ਲਿਖਿਆ ਸ਼ਾਊਲ ਡਰਿਆ, ਸ਼ਾਊਲ ਦੇ ਮਨ ਵਿੱਚ ਵੀ ਭੈ ਆਇਆ। ਹਾਲਾਂਕਿ ਪਰਮੇਸ਼ਵਰ ਨੇ ਸ਼ਾਊਲ ਨੂੰ ਇਜ਼ਰਾਈਲ ਦਾ ਫਰਸਟ ਕਿੰਗ ਅਪਾਇੰਟ ਕੀਤਾ, ਪਰ ਜਦੋਂ ਉਹ ਪਰਮੇਸ਼ਵਰ ਦੀ ਵਿਵਸਥਾ ਚੋਂ ਬਾਹਰ ਹੋਇਆ, ਪਰਮੇਸ਼ਵਰ ਦੀ ਆਗਿਆਕਾਰੀ ਚੋਂ ਬਾਹਰ ਹੋਇਆ, ਤਾਂ ਫਿਰ ਸ਼ਾਊਲ ਦੇ ਅੰਦਰ ਭੈ ਆਉਣਾ ਸ਼ੁਰੂ ਹੋ ਗਿਆ। ਪਰ ਅਸੀਂ ਦੇਖਦੇ ਹਾਂ ਕਿ ਦਾਊਦ ਲੜਾਈਆਂ ਲੜਦਾ ਸੀ ਪਰਮੇਸ਼ਵਰ ਦੇ ਬਲ ਤੇ ਜ਼ੋਰ ਦੇ ਨਾਲ, ਪਰਮੇਸ਼ਵਰ ਦੀ ਅਧੀਨਗੀ ਦੇ ਵਿੱਚ ਰਹਿ ਕੇ, ਔਰ ਉਹ ਲੜਾਈਆਂ ਦੇ ਵਿੱਚ ਜਿੱਤ ਪ੍ਰਾਪਤ ਕਰਦਾ ਸੀ। ਪਰਮੇਸ਼ਵਰ ਨੇ ਦਾਊਦ ਦੇ ਜੀਵਨ ਵਿੱਚ ਕਿਸੇ ਚੰਗੀ ਚੀਜ਼ ਦੀ ਥੋੜ ਨਹੀਂ ਛੱਡੀ। ਇਸੇ ਤਰ੍ਹਾਂ ਹੀ ਅਸੀਂ ਬਹੁਤ ਸਾਰੀਆਂ ਸਟੋਰੀਜ਼ ਜਿਹੜੀਆਂ ਆ ਬਾਈਬਲ ਦੇ ਵਿੱਚ ਦੇਖਦੇ ਆ, ਜਿਨ੍ਹਾਂ ਦੇ ਵਿੱਚ ਅਸੀਂ ਪਰਮੇਸ਼ਵਰ ਦੀ ਪ੍ਰੈਜ਼ੈਂਸ ਨੂੰ ਦੇਖਦੇ, ਜਿਨ੍ਹਾਂ ਲੋਕਾਂ ਦੇ ਨਾਲ ਉਹਨਾਂ ਲੋਕਾਂ ਨੇ ਆਪਣੇ ਜੀਵਨ ਦੇ ਵਿੱਚ ਸੱਚੀ ਦੀ ਜ਼ਿੰਦਗੀ ਨੂੰ ਪਾਇਆ ਔਰ ਬਚਾਓ ਪਾਇਆ। ਨੂਹ ਵੱਲ ਦੇਖ ਲਈਏ ਤਾਂ ਨੂਹ ਨੇ ਪਰਮੇਸ਼ਵਰ ਦੀ ਆਗਿਆਕਾਰੀ ਕੀਤੀ, ਪਰਮੇਸ਼ਵਰ ਦੀ ਪ੍ਰੈਜ਼ੈਂਸ ਉਹਦੇ ਜੀਵਨ ਦੇ ਵਿੱਚ ਰਹੀ, ਤਾਂ ਸਾਰੀ ਦੁਨੀਆ ਨਾਸ਼ ਹੋਈ, ਪਰ ਨੂਹ ਤੇ ਉਹਦਾ ਟੱਬਰ ਤੇ ਉਹ ਚੀਜ਼ਾਂ ਜਿਹੜੀਆਂ ਨੂਹ ਦੇ ਨਾਲ ਬੇੜੇ ਵਿੱਚ ਸੀ ਉਹ ਬਚਾਈਆਂ ਗਈਆਂ। ਮੈਂ ਕਹਿੰਦੀ ਅੱਜ ਵੀ ਸਾਡੇ ਜੀਵਨ ਦੇ ਵਿੱਚ ਜ਼ਰੂਰਤ ਆ ਪਰਮੇਸ਼ਵਰ ਦੀ ਪ੍ਰੈਜ਼ੈਂਸ ਹੋਏ, ਕਿਉਂਕਿ ਪਰਮੇਸ਼ਵਰ ਜੀ ਨੇ ਖੁਦ ਕਿਹਾ ਆ ਨਦੀਆਂ ਤੈਨੂੰ ਡੁਬੋ ਨਹੀਂ ਸਕਣਗੀਆਂ, ਅੱਗ ਤੈਨੂੰ ਸਾੜ ਨਹੀਂ ਸਕੂਗੀ, ਕਿਉਂਕਿ ਪਰਮੇਸ਼ਵਰ ਸਾਡੇ ਅੰਗ ਸੰਗ ਕਹਿੰਦਾ ਮੈਂ ਮੌਤ ਦੀ ਛਾਂ ਦੀ ਵਾਦੀ ਵਿੱਚ ਵੀ ਤੇਰੇ ਨਾਲ ਹੋਵਾਂਗਾ। ਜਦੋਂ ਪਰਮੇਸ਼ਵਰ ਸਾਡੇ ਨਾਲ ਹੋਣ, ਪਰਮੇਸ਼ਵਰ ਦੀ ਹਜ਼ੂਰੀ ਸਾਡੇ ਨਾਲ ਹੋਏ, ਅੱਗ ਦੀ ਔਕਾਤ ਨਹੀਂ ਕਿ ਉਹ ਸਾਨੂੰ ਬਰਨ ਨਹੀਂ ਕਰ ਸਕੇ, ਸਾਡੇ ਕਿਸੇ ਕੱਪੜੇ ਨੂੰ ਵੀ ਬਰਨ ਨਹੀਂ ਕਰ ਸਕੇ। ਇਸੇ ਤਰ੍ਹਾਂ ਹੀ ਪਾਣੀਆਂ ਦਾ ਬਲ ਨਹੀਂ ਕਿ ਉਹ ਸਾਨੂੰ ਡੁਬੋ ਸਕਣ, ਅਗਰ ਪਰਮੇਸ਼ਵਰ ਸਾਡੇ ਨਾਲ ਆ। ਜਿੱਥੇ ਸ਼ਰੇਆਮ ਮੌਤ ਨਜ਼ਰ ਆਏ, ਉੱਥੇ ਮੌਤ ਦੇ ਅੰਦਰ ਵੀ ਉਹ ਬਲ ਨਹੀਂ ਆ ਕਿ ਮੌਤ ਸਾਨੂੰ ਡੰਗ ਸਕੇ, ਕਿਉਂਕਿ ਜੇ ਪਰਮੇਸ਼ਵਰ ਸਾਡੇ ਨਾਲ ਹੈ ਤਾਂ ਪ੍ਰਭੂ ਉਸ ਮੌਤ ਦੀ ਵਾਦੀ ਵਿੱਚੋਂ ਸਾਨੂੰ ਬਾਹਰ ਕੱਢਣ ਦੇ ਲਈ ਸਾਮਰਥੀ ਹੈ।
ਇਹਨਾਂ ਚੀਜ਼ਾਂ ਤੋਂ ਸਾਨੂੰ ਪਤਾ ਲੱਗਦਾ ਕਿ ਪਰਮੇਸ਼ਵਰ ਦੀ ਪ੍ਰੈਜ਼ੈਂਸ ਕਿੰਨੀ ਇੰਪੋਰਟੈਂਟ ਆ ਸਾਡੀ ਲਾਈਫ ਦੇ ਵਿੱਚ, ਕਿੰਨੀ ਇੰਪੋਰਟੈਂਸ ਆ ਉਹਦੀ ਸਾਡੇ ਜੀਵਨ ਦੇ ਵਿੱਚ। ਇਸ ਲਈ ਸਾਨੂੰ ਪਰਮੇਸ਼ਵਰ ਦੀ ਪ੍ਰੈਜ਼ੈਂਸ ਨੂੰ ਆਪਣੇ ਜੀਵਨ ਦੇ ਵਿੱਚ ਲੈਣਾ ਹੈ। ਪਰਮੇਸ਼ਵਰ ਜੀ ਦੀ ਪ੍ਰੈਜ਼ੈਂਸ ਨੂੰ ਲੈਣ ਦੇ ਲਈ ਸਾਨੂੰ ਪਰਮੇਸ਼ਵਰ ਜੀ ਦੇ ਵਚਨਾਂ ਦੀ ਆਗਿਆਕਾਰੀ ਕਰਨੀ ਪਊਗੀ। ਔਰ ਵਚਨਾਂ ਦੀ ਆਗਿਆਕਾਰੀ ਕਰੀਏ, ਇਸ ਲਈ ਸਾਨੂੰ ਵਚਨ ਪੜ੍ਹਨੇ ਪੈਣਗੇ। ਤੇ ਮੈਂ ਤੁਹਾਨੂੰ ਫਿਰ ਰੋਜ਼ ਦੇ ਵਾਂਗ ਬੇਨਤੀ ਕਰਦੀ ਹਾਂ ਕਿ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਪੜ੍ਹਨਾ ਸ਼ੁਰੂ ਕਰੋ। ਪਰਮੇਸ਼ਵਰ ਜੀ ਦੇ ਵਚਨ ਨੂੰ ਪੜ੍ਹਨ ਲੱਗਿਆ ਪ੍ਰਾਰਥਨਾ ਕਰੋ ਕਿ ਪ੍ਰਭੂ ਜਦੋਂ ਮੈਂ ਵਚਨ ਪੜ੍ਹਾਂ ਤੇ ਮੈਨੂੰ ਸਮਝ ਵਿੱਚ ਆਏ। ਪ੍ਰਭੂ ਜਦੋਂ ਮੈਂ ਵਚਨ ਪੜ੍ਹਾਂ ਤਾਂ ਇਹ ਵਚਨ ਮੇਰੇ ਤੇ ਇਹਦਾ ਭੇਤ ਖੁੱਲੇ। ਔਰ ਪਾਕ ਰੂਹ ਮੇਰੀ ਮਦਦ ਕਰੇ ਇਹਨਾਂ ਵਚਨਾਂ ਦੇ ਉੱਤੇ ਚੱਲਣ